ਗੁੱਡ ਮਾਰਨਿੰਗ ਚਿਲਡਰਨ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚਿਓ, ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕੁਝ ਸਵਾਲਾਂ ਦੇ ਜਵਾਬ ਦਿਓ। ਤੇ ਉਹ ਕਿਹੜੇ ਸਵਾਲ ਹਨ? ਚਲੋ ਵੇਖਦੇ ਹਾਂ। ਇਹ ਕੁਝ ਸ਼ਬਦ ਦਿੱਤੇ ਹਨ, ਇਹਨਾਂ ਸ਼ਬਦਾਂ ਦੇ ਅਰਥ ਵੇਖੀਏ। ਅਣਜਾਣ, ਅਣਸੁਣੀ, ਅਣਗਿਣਤ, ਅਣਥੱਕ, ਅਣਹੋਂਦ, ਅਣਡਿੱਠਾ। ਇਹਨਾਂ ਸਾਰਿਆਂ ਦੇ ਵਿੱਚ ਅਣ ਲੱਗਾ ਹੋਇਆ, ਅਣ ਦੇ ਨਾਲ ਸ਼ਬਦ ਨੂੰ ਬਣਾਇਆ ਗਿਆ। ਅਣਜਾਣ, ਜਾਣ ਹੁੰਦਾ ਜਾਣ ਪਛਾਣ ਵਾਲਾ, ਜਿਹਨੂੰ ਅਸੀਂ ਨਹੀਂ ਜਾਣਦੇ ਉਹ ਅਣਜਾਣ ਹੁੰਦਾ ਹੈ। ਅਣਸੁਣੀ, ਜਿਹੜੀ ਗੱਲ ਅਣਸੁਣੀ ਕਰ ਦਿੱਤੀ ਜਾਵੇ ਕਿ ਜਿਹਨੂੰ ਨਾ ਸੁਣਿਆ ਹੋਵੇ। ਅਣਗਿਣਤ, ਜਿਹਨੂੰ ਗਿਣਿਆ ਨਾ ਜਾ ਸਕੇ। ਅਣਥੱਕ, ਜਿਹੜਾ ਥੱਕੇ ਨਾ। ਅਣਹੋਂਦ, ਜਿਸ ਚੀਜ਼ ਦੀ ਹੋਂਦ ਨਾ ਹੋਵੇ। ਅਤੇ ਅਣਡਿੱਠਾ, ਡਿੱਠਾ ਹੁੰਦਾ ਵੇਖਿਆ, ਅਤੇ ਜਿਹੜਾ ਨਾ ਵੇਖਿਆ ਹੋਵੇ। ਸਾਨੂੰ ਹੁਣ ਪਤਾ ਕਿ ਅਣ ਦਾ ਅਰਥ ਹੈ ਨਾ। ਅਤੇ ਅੱਜ ਅਸੀਂ ਕਰਾਂਗੇ ਅਣਡਿੱਠਾ ਪੈਰਾ। ਉਹ ਪੈਰਾ ਜਿਹੜਾ ਤੁਸੀਂ ਪਹਿਲਾਂ ਵੇਖਿਆ ਜਾਂ ਪੜ੍ਹਿਆ ਨਾ ਹੋਵੇ। ਇਹ ਪੈਰਾ ਤੁਹਾਡੀ ਪਾਠ ਪੁਸਤਕਾਂ ਤੋਂ ਬਾਹਰੋਂ ਹੁੰਦਾ ਹੈ। ਇਹ ਤੁਹਾਡੇ ਪਾਠਕ੍ਰਮ ਦਾ ਹਿੱਸਾ ਹੈ, ਪਰ ਇਹਨੂੰ ਤੁਸੀਂ ਪਹਿਲਾਂ ਪੜ੍ਹਿਆ ਨਹੀਂ ਹੁੰਦਾ। ਅਤੇ ਅੱਜ ਅਸੀਂ ਕਰਾਂਗੇ ਅਣਡਿੱਠਾ ਪੈਰਾ। ਅਣਡਿੱਠਾ ਪੈਰਾ ਵਿਦਿਆਰਥੀਆਂ ਦੀ ਯੋਗਤਾ ਦੀ ਪਰਖ ਦੇ ਲਈ ਦਿੱਤਾ ਜਾਂਦਾ ਹੈ ਕਿ ਵਿਦਿਆਰਥੀ ਕਿੰਨੇ ਕੁ ਯੋਗ ਹਨ, ਕਿ ਜਿਸ ਚੀਜ਼ ਨੂੰ, ਜਿਸ ਪੈਰੇ ਨੂੰ ਉਹਨਾਂ ਨੇ ਪਹਿਲਾਂ ਵੇਖਿਆ ਨਹੀਂ, ਪੜ੍ਹਿਆ ਨਹੀਂ, ਕਿ ਉਹਦੇ ਵਿੱਚੋਂ ਦਿੱਤੇ ਹੋਏ ਪ੍ਰਸ਼ਨਾਂ ਨੂੰ ਹੱਲ ਕਰ ਸਕਦੇ ਹਨ। ਇਹ ਬੜਾ ਹੀ ਸੌਖਾ ਤਰੀਕਾ ਹੈ। ਸਿਰਫ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ, ਇਹ ਤੋਂ ਘਬਰਾਉਣ ਦੀ ਲੋੜ ਨਹੀਂ। ਸਭ ਤੋਂ ਪਹਿਲਾਂ ਪੈਰੇ ਨੂੰ ਧਿਆਨ ਨਾਲ ਪੜ੍ਹਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਹੀ ਉਸ ਵਿੱਚ ਆਏ ਨਵੇਂ ਸ਼ਬਦਾਂ ਨੂੰ ਪੈਨਸਿਲ ਦੇ ਨਾਲ ਲਕੀਰ ਲਿਆ ਜਾਂਦਾ ਹੈ, ਭਾਵ ਉਹਨਾਂ ਨੂੰ ਅੰਡਰਲਾਈਨ ਕਰ ਲਿਆ ਜਾਂਦਾ ਹੈ। ਉਸ ਤੋਂ ਬਾਅਦ ਪੈਰੇ ਦੇ ਅਖੀਰ ਵਿੱਚ ਦਿੱਤੇ ਹੋਏ ਪ੍ਰਸ਼ਨਾਂ ਨੂੰ ਪੜ੍ਹਿਆ ਜਾਂਦਾ ਹੈ ਅਤੇ ਪ੍ਰਸ਼ਨਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਵੀ ਨਵੇਂ ਸ਼ਬਦਾਂ ਨੂੰ ਲਕੀਰ ਲਿਆ ਜਾਂਦਾ ਹੈ। ਅਤੇ ਫਿਰ ਦੁਬਾਰਾ ਪੈਰੇ ਨੂੰ ਧਿਆਨ ਨਾਲ ਪੜ੍ਹਦੇ ਹੋਏ ਨਾਲ ਜਿਹੜੇ ਵੀ ਪ੍ਰਸ਼ਨ ਦਿੱਤੇ ਹੁੰਦੇ ਹਨ ਉਹਨਾਂ ਨਾਲ ਰਲਦੇ ਮਿਲਦੇ ਸ਼ਬਦ, ਉਹਨਾਂ ਸਤਰਾਂ ਨੂੰ ਲਕੀਰ ਲਿਆ ਜਾਂਦਾ ਹੈ। ਅਤੇ ਚਲੋ ਅਸੀਂ ਪੈਰੇ ਦਾ ਅਭਿਆਸ ਕਰਦੇ ਹਾਂ। ਵਾਤਾਵਰਨ ਤੋਂ ਭਾਵ ਸਾਡਾ ਵਾਯੂਮੰਡਲ ਹੈ। ਹੁਣ ਇੱਥੇ ਅਸੀਂ ਵਾਤਾਵਰਨ ਅਤੇ ਵਾਯੂਮੰਡਲ ਨੂੰ ਅੰਡਰਲਾਈਨ ਕਰ ਸਕਦੇ ਹਾਂ, ਲਕੀਰ ਸਕਦੇ ਹਾਂ। ਸਾਫ ਸੁਥਰਾ ਵਾਤਾਵਰਨ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਮਨੁੱਖਾਂ, ਜੀਵਾਂ ਅਤੇ ਹੋਰ ਜੀਵਤ ਚੀਜ਼ਾਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਹੁਣ ਇੱਥੇ ਵੇਖੋ, ਸਾਫ ਸੁਥਰੇ ਵਾਤਾਵਰਨ ਦੀ ਗੱਲ ਕੀਤੀ ਹੈ। ਸਾਫ ਸੁਥਰਾ ਵਾਤਾਵਰਨ ਨੂੰ ਅਸੀਂ ਅੰਡਰਲਾਈਨ ਕਰ ਸਕਦੇ ਹਾਂ ਕਿ ਜੇ ਸਾਨੂੰ ਪ੍ਰਸ਼ਨ ਦੇ ਵਿੱਚ ਇਹ ਪੁੱਛਿਆ ਜਾਵੇ ਕਿ ਸਾਫ ਸੁਥਰਾ ਵਾਤਾਵਰਨ ਕੀ ਹੁੰਦਾ ਹੈ ਜਾਂ ਉਹਦੀ ਕੀ ਭੂਮਿਕਾ ਹੈ, ਅਤੇ ਉਹਨੂੰ ਅਸੀਂ ਇੱਥੋਂ ਲੱਭ ਲਵਾਂਗੇ। ਸਾਡੇ ਵਾਤਾਵਰਨ ਨੂੰ ਦੂਸ਼ਿਤ ਹੋਣ ਦੇ ਕਾਰਨ ਲਗਾਤਾਰ ਵੱਧ ਰਹੀ ਆਬਾਦੀ ਨਾਲ ਪ੍ਰਦੂਸ਼ਣ ਦਾ ਤੇਜ਼ੀ ਨਾਲ ਵਧਣਾ। ਹੁਣ ਇੱਥੇ ਵੇਖੋ, ਪਹਿਲਾਂ ਸਾਫ ਸੁਥਰੇ ਵਾਤਾਵਰਨ ਦੀ ਗੱਲ ਕੀਤੀ, ਅੱਗੇ ਦੇਖੋ ਵਾਤਾਵਰਨ ਨੂੰ ਦੂਸ਼ਿਤ ਹੋਣ ਦੇ ਕਾਰਨ। ਦੂਸ਼ਿਤ ਹੁੰਦਾ ਗੰਦਾ। ਇਹਦਾ ਅਰਥ ਵੀ ਲੱਭਣ ਦੇ ਲਈ ਮੈਂ ਤੁਹਾਨੂੰ ਦੱਸਾਂਗੀ, ਤੁਸੀਂ ਇਹਨੂੰ ਲਕੀਰ ਸਕਦੇ ਹੋ। ਦੇਸ਼ ਦੀਆਂ ਸਾਰੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਿਆ ਜਾਣਾ, ਇਹਨਾਂ ਦਾ ਧੂੰਆਂ ਅਤੇ ਰੁੱਖਾਂ ਦਾ ਵੱਢਣਾ ਹੈ। ਵੱਧ ਰਹੀ ਗਰਮੀ ਅਤੇ ਏਸੀ ਤੋਂ ਨਿਕਲਣ ਵਾਲੀ ਗਰਮ ਹਵਾ ਅਤੇ ਫਸਲਾਂ 'ਤੇ ਕੀੜੇ ਮਾਰ ਦਵਾਈਆਂ ਦਾ ਇਸਤੇਮਾਲ ਵੀ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਇੱਥੋਂ ਤੱਕ ਹੁਣ ਦੱਸਦਾ ਕਿ ਸਾਡਾ ਵਾਤਾਵਰਨ ਦੂਸ਼ਿਤ ਕਿਵੇਂ ਹੁੰਦਾ। ਪਿਛਲੇ ਕੁਝ ਦਿਨਾਂ ਤੋਂ ਵਾਤਾਵਰਨ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਹੁਣ ਅਗਲੀ ਗੱਲ ਕੀਤੀ ਹੈ ਕਿ ਵਾਤਾਵਰਨ ਦੇ ਵਿੱਚ ਕਿਹੜੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇਹਨੂੰ ਵੀ ਅਸੀਂ ਅੰਡਰਲਾਈਨ ਕਰ ਸਕਦੇ ਹਾਂ। ਹਵਾ ਸਾਫ਼ ਹੋ ਰਹੀ ਹੈ, ਹਵਾ ਨੂੰ ਅੰਡਰਲਾਈਨ ਕਰ ਲਓ। ਪੰਛੀ ਵੀ ਪ੍ਰਦੂਸ਼ਣ ਘਟਣ ਨਾਲ ਆਜ਼ਾਦ ਜੀਵਨ ਜੀ ਰਹੇ ਹਨ, ਆਜ਼ਾਦ ਜੀਵਨ ਨੂੰ ਅੰਡਰਲਾਈਨ ਕਰ ਲਓ। ਸਵੇਰੇ ਸ਼ਾਮ ਪੰਛੀਆਂ ਦਾ ਮਿੱਠੀ ਆਵਾਜ਼ ਵਿੱਚ ਚਹਿਕਣਾ ਮਨ ਨੂੰ ਭਾਉਂਦਾ ਹੈ। ਅੱਜ ਕੱਲ੍ਹ ਤਾਂ ਪ੍ਰਵਾਸੀ ਵੇਖਣ ਨੂੰ ਮਿਲਦੇ ਹਨ, ਪ੍ਰਵਾਸੀ ਪੰਛੀ ਨੂੰ ਅੰਡਰਲਾਈਨ ਕਰ ਲਓ। ਜੇਕਰ ਅਸੀਂ ਸ਼ੁੱਧ ਵਾਤਾਵਰਨ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਹੈ। ਹੁਣ ਉਹਨਾਂ ਨੇ ਕਿਹਾ ਕਿ ਵਾਤਾਵਰਨ ਸਾਡਾ ਦੂਸ਼ਿਤ ਹੋ ਗਿਆ, ਅਤੇ ਹੁਣ ਜੇ ਅਸੀਂ ਸ਼ੁੱਧ ਵਾਤਾਵਰਨ ਚਾਹੁੰਦੇ ਹਾਂ ਅਤੇ ਜਿਹੜੀਆਂ ਅਸੀਂ ਗਲਤੀਆਂ ਕਰਦੇ ਉਹਨਾਂ ਨੂੰ ਸੁਧਾਰਨਾ ਚਾਹੀਦਾ। ਸੁਧਾਰਨਾ ਅਤੇ ਗਲਤੀਆਂ ਨੂੰ ਅੰਡਰਲਾਈਨ ਕਰ ਲਓ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪਲਾਸਟਿਕ ਦੇ ਸਮਾਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਸਾਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਅਸੀਂ ਗਲਤੀਆਂ ਕਰਦੇ ਹਾਂ ਅਤੇ ਕੀ ਸੁਧਾਰਨਾ ਚਾਹੀਦਾ। ਜੋ ਹੁਣ ਪੜ੍ਹਿਆ ਉਹ ਆ ਜਾਏਗਾ। ਪਾਣੀ ਬਚਾਇਆ ਤਾਂ ਜਾ ਸਕਦਾ ਹੈ ਪਰ ਬਣਾਇਆ ਨਹੀਂ ਜਾ ਸਕਦਾ। ਇਸ ਲਈ ਪਾਣੀ ਨੂੰ ਬਚਾਉਣਾ ਸਾਡਾ ਪਹਿਲਾ ਫਰਜ਼ ਹੈ। ਸਾਨੂੰ ਸਭ ਨੂੰ ਵਾਤਾਵਰਨ ਦੀ ਸੰਭਾਲ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਅਸੀਂ ਪਹਿਰਾ ਪੜ੍ਹ ਲਿਆ, ਨਵੇਂ ਸ਼ਬਦਾਂ ਨੂੰ ਅਸੀਂ ਲਕੀਰ ਲਿਆ ਅਤੇ ਹੁਣ ਅਸੀਂ ਪ੍ਰਸ਼ਨਾਂ ਨੂੰ ਦੇਖਾਂਗੇ ਕਿ ਪ੍ਰਸ਼ਨ ਕੀ ਨੇ। ਸਭ ਤੋਂ ਪਹਿਲਾਂ ਹੇਠ ਲਿਖੇ ਸ਼ਬਦਾਂ ਦੇ ਅਰਥ ਪੈਰੇ ਵਿੱਚੋਂ ਲੱਭ ਕੇ ਲਿਖੋ। ਸਾਡਾ ਪਹਿਲਾ ਪ੍ਰਸ਼ਨ ਇਹ ਹੈ। ਸਾਫ਼ ਵਾਯੂਮੰਡਲ, ਆਬਾਦੀ, ਦੂਸ਼ਿਤ ਵਾਤਾਵਰਨ। ਜੇ ਤੇ ਤੁਹਾਨੂੰ ਇਹਨਾਂ ਸ਼ਬਦਾਂ ਦੇ ਅਰਥ ਪਤਾ ਨੇ ਪੈਰੇ ਦੇ ਆਧਾਰ 'ਤੇ ਉਹਨਾਂ ਦੇ ਅਰਥ ਤੁਸੀਂ ਲਿਖ ਲਓ। ਨਹੀਂ ਪਤਾ ਤਾਂ ਫਿਰ ਅਸੀਂ ਇਹ ਜਿਹੜਾ ਸ਼ਬਦ ਤੁਹਾਨੂੰ ਪੁੱਛਿਆ ਗਿਆ ਉਹ ਕਿਸ ਸਤਰ ਦੇ ਵਿੱਚ ਹੈ, ਕਿਸ ਲਾਈਨ ਦੇ ਵਿੱਚ ਹੈ, ਅਸੀਂ ਉੱਥੇ ਜਾ ਕੇ ਇਹਨੂੰ ਅੰਡਰਲਾਈਨ ਕਰਾਂਗੇ ਅਤੇ ਉਸ ਸਤਰ ਨੂੰ ਪੜ੍ਹ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਆਪਣੇ ਆਪ ਹੀ ਤੁਹਾਨੂੰ ਇਹਦਾ ਅਰਥ ਮਿਲ ਜਾਏਗਾ। ਇਹਨਾਂ ਸ਼ਬਦਾਂ ਨੂੰ ਉੱਥੇ ਅੰਡਰਲਾਈਨ ਕਰ ਲਓ। ਉਸ ਤੋਂ ਬਾਅਦ ਅਸੀਂ ਪ੍ਰਸ਼ਨ ਪੜ੍ਹਾਂਗੇ। ਸਾਫ਼ ਸੁਥਰਾ ਵਾਤਾਵਰਨ, ਅਤੇ ਅਸੀਂ ਪੈਰੇ ਦੇ ਵਿੱਚ ਪੜ੍ਹਿਆ ਸਾਫ਼ ਸੁਥਰਾ ਵਾਤਾਵਰਨ ਨੂੰ ਅਸੀਂ ਅੰਡਰਲਾਈਨ ਵੀ ਕੀਤਾ ਸੀ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਲਾਈਨਾਂ ਦੇ ਵਿੱਚ ਇਹਦਾ ਉੱਤਰ ਹੋ ਸਕਦਾ। ਅੱਜ ਕੱਲ੍ਹ ਵਾਤਾਵਰਨ ਵਿੱਚ ਕਿਹੜਾ ਪਰਿਵਰਤਨ ਆਇਆ ਹੈ, ਉੱਥੇ ਅਸੀਂ ਤਬਦੀਲੀ ਦੀ ਗੱਲ ਕੀਤੀ ਹੈ, ਉਹਨੂੰ ਅੰਡਰਲਾਈਨ ਕੀਤਾ। ਪਾਣੀ ਦੂਸ਼ਿਤ ਹੋਣ ਦੇ ਕੀ ਕਾਰਨ ਹਨ, ਸਾਡੇ ਵਾਤਾਵਰਨ ਦੇ ਦੂਸ਼ਿਤ ਹੋਣ ਦੇ ਕਾਰਨ ਦੱਸੇ ਨੇ। ਹੁਣ ਅਸੀਂ ਪਾਣੀ ਕਿਸ ਤਰ੍ਹਾਂ ਦੂਸ਼ਿਤ ਹੁੰਦਾ ਉਹਦੇ ਕਾਰਨ ਲੱਭਾਂਗੇ। ਅਸੀਂ ਆਪਣੀਆਂ ਗਲਤੀਆਂ ਨੂੰ ਕਿਵੇਂ ਸੁਧਾਰ ਸਕਦੇ ਹਾਂ। ਅਸੀਂ ਜਿੱਥੇ ਗਲਤੀਆਂ ਵਰਡ ਆਇਆ, ਸੁਧਾਰ ਵਰਡ ਆਇਆ, ਅਸੀਂ ਉਹਨੂੰ ਵੀ ਅੰਡਰਲਾਈਨ ਕਰਕੇ ਆਏ ਹਾਂ। ਅਤੇ ਦਿੱਤੇ ਗਏ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ। ਢੁਕਵਾਂ ਸਿਰਲੇਖ ਹੁੰਦਾ ਹੈ ਉਹਦਾ ਹੈਡਿੰਗ, ਸੂਟੇਬਲ ਹੈਡਿੰਗ। ਸੂਟੇਬਲ ਹੈਡਿੰਗ ਲੱਭਣ ਦੇ ਲਈ ਤੁਹਾਨੂੰ ਇਹ ਵੇਖਣਾ ਪੈਣਾ ਹੈ ਕਿ ਪੈਰਾ ਕਿਸ 'ਤੇ ਬੇਸਡ ਹੈ, ਕਿਸ ਚੀਜ਼ ਦੀ ਗੱਲ ਹੋ ਰਹੀ ਹੈ ਪੂਰੇ ਪੈਰੇ ਦੇ ਵਿੱਚ। ਜੇ ਤਾਂ ਸਮਝ ਆ ਜਾਂਦਾ ਤਾਂ ਬਹੁਤ ਵਧੀਆ, ਜੇ ਨਹੀਂ ਸਮਝ ਆਉਂਦਾ ਉਹਦਾ ਇੱਕ ਤਰੀਕਾ ਹੋਰ ਹੈ, ਇਹਨਾਂ ਦਿੱਤੇ ਗਏ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ। ਕਈ ਵਾਰੀ ਇਹਨਾਂ ਪ੍ਰਸ਼ਨਾਂ ਦੇ ਵਿੱਚ ਹੀ ਬਾਰ-ਬਾਰ ਉਸ ਚੀਜ਼ ਦੇ ਬਾਰੇ ਪੁੱਛਿਆ ਜਾਂਦਾ ਹੈ ਅਤੇ ਉੱਥੋਂ ਅਸੀਂ ਢੁਕਵੇਂ ਸਿਰਲੇਖ ਦਾ ਅੰਦਾਜ਼ਾ ਲਗਾ ਸਕਦੇ ਹਾਂ। ਅਤੇ ਚਲੋ ਹੁਣ ਪ੍ਰਸ਼ਨਾਂ ਨੂੰ ਦਿਮਾਗ ਵਿੱਚ ਰੱਖ ਕੇ ਅਸੀਂ ਪੈਰੇ ਤੱਕ ਪਹੁੰਚਦੇ ਹਾਂ ਕਿ ਕਿੱਥੋਂ ਸਾਨੂੰ ਉੱਤਰ ਮਿਲ ਸਕਦੇ ਹਨ। ਸਭ ਤੋਂ ਪਹਿਲਾਂ ਵਾਯੂਮੰਡਲ ਦਾ ਉਹਨਾਂ ਨੇ ਸਾਨੂੰ ਅਰਥ ਪੁੱਛਿਆ ਅਤੇ ਵਾਤਾਵਰਨ ਤੋਂ ਭਾਵ ਸਾਡਾ ਵਾਯੂਮੰਡਲ ਹੈ ਅਤੇ ਸਾਨੂੰ ਪਤਾ ਲੱਗ ਰਿਹਾ ਕਿ ਵਾਤਾਵਰਨ ਨੂੰ ਵਾਯੂਮੰਡਲ ਕਿਹਾ ਜਾਂਦਾ ਅਤੇ ਵਾਯੂਮੰਡਲ ਦਾ ਅਰਥ ਹੋ ਗਿਆ ਵਾਤਾਵਰਨ। ਫਿਰ ਅਸੀਂ ਪ੍ਰਸ਼ਨ ਪੜ੍ਹਿਆ ਸਾਫ਼ ਸੁਥਰਾ ਵਾਤਾਵਰਨ। ਉਹ ਕਹਿੰਦੇ ਸਾਫ਼ ਸੁਥਰਾ ਵਾਤਾਵਰਨ ਕਿਉਂ ਜ਼ਰੂਰੀ ਹੈ। ਹੁਣ ਇੱਥੇ ਵੇਖੋ, ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਮਨੁੱਖਾਂ ਜੀਵਾਂ ਅਤੇ ਹੋਰ ਜੀਵਤ ਚੀਜ਼ਾਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਇਹ ਸਾਡਾ ਉੱਤਰ ਹੋ ਗਿਆ। ਉਸ ਤੋਂ ਬਾਅਦ ਸਾਡੇ ਵਾਤਾਵਰਨ ਨੂੰ ਦੂਸ਼ਿਤ ਹੋਣ ਦੇ ਕਾਰਨ। ਹੁਣ ਇੱਕ ਦੂਸ਼ਿਤ ਵਰਡ ਹੀ ਜਿਹਦਾ ਤੁਸੀਂ ਅਰਥ ਲਿਖਣਾ ਹੀ, ਜੇ ਤੁਹਾਨੂੰ ਇਹਦਾ ਅਰਥ ਨਹੀਂ ਪਤਾ ਤਾਂ ਹੁਣ ਵੇਖੋ, ਉੱਪਰ ਸਾਫ਼ ਸੁਥਰੇ ਵਾਤਾਵਰਨ ਦੀ ਗੱਲ ਕੀਤੀ ਹੈ, ਇੱਥੇ ਉਹਨਾਂ ਨੇ ਕਿਹਾ ਕਿ ਸਾਡੇ ਵਾਤਾਵਰਨ ਨੂੰ ਦੂਸ਼ਿਤ ਹੋਣ ਦੇ ਕਾਰਨ ਲਗਾਤਾਰ ਵੱਧ ਰਹੀ ਆਬਾਦੀ ਨਾਲ ਪ੍ਰਦੂਸ਼ਣ ਦਾ ਤੇਜ਼ੀ ਨਾਲ ਵਧਣਾ, ਦੇਸ਼ ਦੀਆਂ ਸਾਰੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਿਆ ਜਾਣਾ, ਇਹਨਾਂ ਦਾ ਧੂੰਆਂ ਅਤੇ ਰੁੱਖਾਂ ਦਾ ਵੱਢਣਾ ਹੈ। ਹੁਣ ਸਾਨੂੰ ਪਤਾ, ਜੇ ਉਹਦਾ ਮੀਨਿੰਗ ਨਹੀਂ ਪਤਾ ਸਾਨੂੰ ਦੂਸ਼ਿਤ ਦਾ, ਸਾਨੂੰ ਪਤਾ ਕਿ ਕੋਈ ਵੀ 2-3 ਸ਼ਬਦਾਂ ਦੇ ਅਰਥ ਤਾਂ ਤੁਹਾਨੂੰ ਪਤਾ ਹੋ ਸਕਦੇ ਹਨ ਨਾ। ਉਹ ਦੇਖੋ ਕਿ ਨਦੀਆਂ ਅਤੇ ਦਰਿਆਵਾਂ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਿਆ ਜਾਂਦਾ ਅਤੇ ਉਹਦੇ ਨਾਲ ਪਾਣੀ ਗੰਦਾ ਹੋਊਗਾ ਕਿ ਸਾਫ਼ ਹੋਊਗਾ। ਗੰਦਾ ਹੋਏਗਾ ਨਾ ਪਾਣੀ, ਨਦੀਆਂ ਅਤੇ ਦਰਿਆਵਾਂ ਪਾਣੀ ਵੀ ਗੰਦਾ ਹੋ ਜਾਂਦਾ। ਅਤੇ ਇਹਦਾ ਮਤਲਬ ਹੈ ਕਿ ਪਾਣੀ ਗੰਦਾ ਹੋਣ ਦੇ ਕੀ ਕਾਰਨ ਹਨ ਅਤੇ ਦੂਸ਼ਿਤ ਦਾ ਅਰਥ ਕੀ ਹੋ ਗਿਆ, ਗੰਦਾ। ਇੱਥੋਂ ਸਾਨੂੰ ਪਾਣੀ ਦੇ ਗੰਦਾ ਹੋਣ ਦਾ ਵੀ ਪਤਾ ਲੱਗ ਗਿਆ। ਇੱਥੇ ਸਾਡਾ ਉਹ ਉੱਤਰ ਹੋ ਗਿਆ ਕਿ ਪਾਣੀ ਦੂਸ਼ਿਤ ਕਿਵੇਂ ਹੁੰਦਾ ਹੈ, ਪਾਣੀ ਗੰਦਾ ਕਿਵੇਂ ਹੁੰਦਾ ਹੈ, ਕਿਉਂਕਿ ਪਾਣੀ ਵਿੱਚ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਿਆ ਜਾਂਦਾ ਹੈ। ਉਸ ਤੋਂ ਬਾਅਦ ਵੱਧ ਰਹੀ ਗਰਮੀ ਅਤੇ ਏਸੀ ਤੋਂ ਨਿਕਲਣ ਵਾਲੀ ਗਰਮ ਹਵਾ ਅਤੇ ਫਸਲਾਂ ਦੇ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਵੀ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਜੇ ਵਾਤਾਵਰਨ ਦੇ ਦੂਸ਼ਿਤ ਦੀ ਗੱਲ ਕੀਤੀ ਜਾਵੇ ਫਿਰ ਇਹ ਸਾਰਾ ਕੁਝ ਆ ਜਾਏਗਾ। ਜੇ ਪਾਣੀ ਦੀ ਗੱਲ ਕੀਤੀ ਹੈ ਅਤੇ ਉਹ ਕਾਰਖਾਨਿਆਂ ਦਾ ਗੰਦਾ ਪਾਣੀ ਉਹਦੇ ਵਿੱਚ ਮਿਲਣ ਦਾ ਕਰਕੇ ਆ ਜਾਏਗਾ। ਫਿਰ ਸਾਡੇ ਕੋਲ ਇੱਕ ਪ੍ਰਸ਼ਨ ਸੀਗਾ ਕਿ ਪਿਛਲੇ ਕੁਝ ਦਿਨਾਂ ਤੋਂ ਵਾਤਾਵਰਨ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਤਬਦੀਲੀ ਦੀ ਗੱਲ ਅਸੀਂ ਕੀਤੀ, ਉੱਥੇ ਆ ਕਿ ਪਰਿਵਰਤਨ। ਹੁਣ ਸਾਨੂੰ ਉੱਥੋਂ ਹੀ ਪਤਾ ਚੱਲ ਜਾਏਗਾ ਕਿ ਪਰਿਵਰਤਨ ਦਾ ਉੱਤਰ ਕੀ ਆਏਗਾ, ਅਰਥ ਕੀ ਆਏਗਾ, ਤਬਦੀਲੀ। ਹੁਣ ਤਬਦੀਲੀ ਕਿਹੜੀ ਵੇਖਣ ਨੂੰ ਮਿਲ ਰਹੀ ਹੈ। ਹਵਾ ਸਾਫ਼ ਹੋ ਰਹੀ ਹੈ, ਪੰਛੀ ਵੀ ਪ੍ਰਦੂਸ਼ਣ ਘਟਣ ਕਾਰਨ ਆਜ਼ਾਦ ਜੀਵਨ ਜੀ ਰਹੇ ਹਨ। ਇੰਨਾ ਆਨਸਰ ਵੀ ਸਹੀ ਹੈ।
ਤੇ ਜੇ ਤੁਸੀਂ ਉਸ ਤੋਂ ਬਾਅਦ ਇਹ ਵੀ ਲਿਖ ਦਿੰਦੇ ਹੋ ਕਿ ਪੰਛੀਆਂ ਦੀ ਮਿੱਠੀ ਆਵਾਜ਼ ਸੁਣਨ ਨੂੰ ਮਿਲਦੀ ਹੈ ਤੇ ਪ੍ਰਵਾਸੀ ਪੰਛੀ ਵੀ ਵੇਖਣ ਨੂੰ ਮਿਲਦੇ ਹਨ, ਤੇ ਸਾਰਾ ਹੀ ਇਹ ਠੀਕ ਹੋ ਜਾਏਗਾ। ਜੇਕਰ ਅਸੀਂ ਸ਼ੁੱਧ ਵਾਤਾਵਰਨ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਹੈ। ਹੁਣ ਗਲਤੀਆਂ ਤੇ ਸੁਧਾਰਨਾ ਨੂੰ ਅਸੀਂ ਲਕੀਰਿਆ ਹੀ, ਸਾਡੇ ਕੋਲ ਪ੍ਰਸ਼ਨ ਵਿੱਚ ਵੀ ਆਇਆ। ਹੁਣ ਗਲਤੀਆਂ ਕਿਹੜੀਆਂ ਨੇ, ਕਿਵੇਂ ਸੁਧਾਰਾਂਗੇ ਅਸੀਂ ਰੁੱਖ ਜਿਹੜੇ ਵੱਢ ਰਹੇ ਹਾਂ, ਅਸੀਂ ਪਲਾਸਟਿਕ ਦੀ ਵਰਤੋਂ ਬਹੁਤ ਕਰ ਰਹੇ ਹਾਂ, ਅਸੀਂ ਪਾਣੀ ਨਹੀਂ ਬਚਾ ਰਹੇ। ਅਤੇ ਉਹ ਕਹਿੰਦੇ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਪਲਾਸਟਿਕ ਦੇ ਸਮਾਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ। ਇਹਨਾਂ ਲਾਈਨਾਂ ਦੇ ਵਿੱਚੋਂ ਸਾਡਾ ਆਨਸਰ ਬਣ ਜਾਏਗਾ। ਕਈ ਵਾਰੀ ਸਾਨੂੰ ਜਿਉਂਦੇ ਤਿਉਂ ਉੱਤਰ ਮਿਲ ਜਾਂਦੇ ਹਨ, ਪਰ ਕਈ ਵਾਰੀ ਉੱਤਰ ਸਾਨੂੰ ਆਪ ਬਣਾਉਣੇ ਪੈਂਦੇ ਹਨ। ਪਰ ਧਿਆਨ ਇਹ ਰੱਖਣਾ ਹੈ ਕਿ ਉੱਤਰ ਪੈਰੇ ਦੇ ਵਿੱਚੋਂ ਹੀ ਦੇਣੇ ਹਨ, ਪੈਰੇ 'ਤੇ ਆਧਾਰਿਤ ਹੀ ਲਿਖਣੇ ਹਨ। ਚਾਹੇ ਤੁਸੀਂ ਉਸ ਗੱਲ ਨਾਲ ਸਹਿਮਤ ਹੋ ਚਾਹੇ ਨਾ, ਤੁਸੀਂ ਆਪਣੇ ਕੋਲੋਂ ਕੋਈ ਵੀ ਉੱਤਰ ਨਹੀਂ ਲਿਖਣਾ। ਹੁਣ ਵੇਖੋ, ਇਹਨਾਂ ਦੇ ਅਰਥ ਸਾਫ਼ ਅਤੇ ਸ਼ੁੱਧ। ਵਾਯੂਮੰਡਲ ਸਾਨੂੰ ਪਹਿਲੇ ਸ਼ਬਦ ਤੋਂ ਹੀ ਮਿਲ ਗਿਆ ਸੀ, ਵਾਤਾਵਰਨ। ਹੁਣ ਆਬਾਦੀ, ਆਬਾਦੀ ਵਧਣ ਦੇ ਕਾਰਨ ਪ੍ਰਦੂਸ਼ਣ ਵੀ ਵੱਧ ਰਿਹਾ। ਆਬਾਦੀ ਸਾਨੂੰ ਪਤਾ ਹੈ, ਵਸੋਂ, ਪੋਪੂਲੇਸ਼ਨ। ਥੋੜ੍ਹਾ ਜਿਹਾ ਅੰਦਾਜ਼ਾ ਲਗਾਓ, ਉਹਦਾ ਰਲਦਾ ਮਿਲਦਾ ਤੁਸੀਂ ਅਰਥ ਲਿਖ ਸਕਦੇ ਹੋ। ਦੂਸ਼ਿਤ, ਉਹ ਸਾਨੂੰ ਪਤਾ ਲੱਗ ਗਿਆ ਸੀ ਕਿ ਵਾਤਾਵਰਨ ਦੂਸ਼ਿਤ ਹੋ ਰਿਹਾ, ਭਾਵ ਗੰਦਾ ਹੋ ਰਿਹਾ। ਅਤੇ ਪਰਿਵਰਤਨ, ਤਬਦੀਲੀ। ਬੜੀ ਹੀ ਆਸਾਨੀ ਨਾਲ ਅਸੀਂ ਇਹਨਾਂ ਦੇ ਅਰਥ ਵੀ ਲੱਭ ਸਕਦੇ ਹਾਂ। ਘਬਰਾਉਣ ਦੀ ਲੋੜ ਨਹੀਂ, ਬਸ ਥੋੜ੍ਹਾ ਸਮਝਣ ਦੀ ਲੋੜ ਹੈ। ਉਸ ਤੋਂ ਅੱਗੇ ਸਾਫ਼ ਸੁਥਰੇ ਵਾਤਾਵਰਨ ਦੀ ਗੱਲ ਕੀਤੀ ਗਈ ਹੈ, ਅਤੇ ਵਾਤਾਵਰਨ 'ਚ ਪਰਿਵਰਤਨ ਕੀ ਆਇਆ ਕਿ ਹਵਾ ਸਾਫ਼ ਹੋ ਗਈ ਹੈ, ਪੰਛੀ ਜਿਹੜੇ ਹੈ ਉਹ ਆਜ਼ਾਦ ਘੁੰਮਦੇ ਨੇ। ਪਾਣੀ ਦੂਸ਼ਿਤ ਹੋਣ ਦੇ ਕਾਰਨ ਅਸੀਂ ਲੱਭ ਲਿਆ, ਉਹਦੇ 'ਚ ਦਿੱਤਾ ਗਿਆ ਸੀ ਕਾਰਖਾਨਿਆਂ ਦਾ ਗੰਦ ਜਿਹੜਾ ਆ ਜਾਂ ਗੰਦਾ ਪਾਣੀ ਉਹ ਦਰਿਆਵਾਂ ਅਤੇ ਨਦੀਆਂ ਦੇ ਵਿੱਚ ਸੁੱਟਿਆ ਜਾਂਦਾ ਹੈ, ਇਸ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਹੈ। ਅਸੀਂ ਆਪਣੀਆਂ ਗਲਤੀਆਂ ਨੂੰ ਕਿਵੇਂ ਸੁਧਾਰ ਸਕਦੇ ਹਾਂ? ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਪਾਣੀ ਨੂੰ ਬਚਾਉਣਾ ਚਾਹੀਦਾ ਹੈ। ਅਤੇ ਹੁਣ ਆ ਗਿਆ ਦਿੱਤੇ ਗਏ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ। ਹੁਣ ਤੁਸੀਂ ਦੇਖੋ ਪੈਰਾ ਕਿਹਦੇ 'ਤੇ ਬੇਸਡ ਹੈ? ਪੈਰਾ ਵਾਤਾਵਰਨ ਦੇ ਉੱਤੇ ਬੇਸਡ ਹੈ। ਹੁਣ ਵਾਤਾਵਰਨ, ਸਾਫ਼ ਸੁਥਰੇ ਵਾਤਾਵਰਨ ਦੀ ਗੱਲ ਵੀ ਕੀਤੀ ਹੈ, ਵਾਤਾਵਰਨ ਦੇ ਦੂਸ਼ਿਤ ਹੋਣ ਦੀ ਗੱਲ ਵੀ ਕੀਤੀ ਹੈ, ਅਤੇ ਵਾਤਾਵਰਨ ਨੂੰ ਅਸੀਂ ਸ਼ੁੱਧ ਕਿਵੇਂ ਰੱਖ ਸਕਦੇ ਹਾਂ ਉਹਦੀ ਗੱਲ ਵੀ ਕੀਤੀ ਹੈ। ਅਤੇ ਹੁਣ ਇਹਦੇ ਪੈਰੇ ਦੇ ਢੁਕਵੇਂ ਸਿਰਲੇਖ 3-4 ਕੋਈ ਵੀ ਹੋ ਸਕਦੇ ਨੇ, ਤੁਸੀਂ ਉਹਦੇ ਨਾਲ ਜੋ ਤੁਹਾਡੀ ਸਮਝ ਦੇ ਅਨੁਸਾਰ ਮਿਲਦਾ ਜੁਲਦਾ ਲਿਖ ਸਕਦੇ ਹੋ। ਸਾਫ਼ ਵਾਤਾਵਰਨ ਜ਼ਰੂਰੀ, ਵਾਤਾਵਰਨ ਦੀ ਸ਼ੁੱਧਤਾ, ਵਾਤਾਵਰਨ ਨੂੰ ਸਾਫ਼ ਰੱਖਣ ਦੀ ਲੋੜ, ਦੂਸ਼ਿਤ ਵਾਤਾਵਰਨ ਹਾਨੀਕਾਰਕ। ਕੁਛ ਵੀ ਲਿਖ ਸਕਦੇ ਹੋ ਜੋ ਤੁਹਾਨੂੰ ਸਮਝ ਆਉਂਦੀ ਹੈ, ਪਰ ਉਹਦੇ ਵਿੱਚ ਵਾਤਾਵਰਨ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਵਾਤਾਵਰਨ ਦੀ ਗੱਲ ਕੀਤੀ ਹੈ। ਦੂਸ਼ਿਤ ਵਾਤਾਵਰਨ ਦੇ ਨੁਕਸਾਨ, ਇਹ ਤੁਸੀਂ ਇਹਦਾ ਢੁਕਵਾਂ ਸਿਰਲੇਖ ਲਿਖ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਹਾਨੂੰ ਅਣਡਿੱਠਾ ਪੈਰਾ ਸਮਝ ਵੀ ਆ ਗਿਆ ਹੋਵੇਗਾ ਅਤੇ ਅਣਡਿੱਠੇ ਪੈਰੇ ਨੂੰ ਕਿਵੇਂ ਕੀਤਾ ਜਾਂਦਾ ਹੈ ਉਹਦੇ ਢੰਗ ਦਾ ਵੀ ਪਤਾ ਲੱਗ ਗਿਆ ਹੋਵੇਗਾ। ਅਤੇ ਹੁਣ ਤੁਸੀਂ ਅਣਡਿੱਠਾ ਪੈਰਾ ਕਰਨ ਲੱਗਿਆਂ ਘਬਰਾਓਗੇ ਨਹੀਂ। ਜੇ ਤੁਹਾਨੂੰ ਉਹਨਾਂ ਦੇ ਅਰਥ ਵੀ ਨਹੀਂ ਆਉਂਦੇ ਤਾਂ ਅਗਲੀ ਪਿਛਲੀ ਲਾਈਨ ਨੂੰ ਪੜ੍ਹ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਹੀ ਉਹਦਾ ਤੁਹਾਨੂੰ ਅਰਥ ਪਤਾ ਲੱਗ ਜਾਂਦਾ ਅਤੇ ਆਸਾਨੀ ਨਾਲ ਤੁਹਾਨੂੰ ਉੱਤਰ ਮਿਲ ਜਾਂਦੇ ਹਨ। ਹੁਣ ਤੁਸੀਂ ਅਣਡਿੱਠੇ ਪੈਰਿਆਂ ਦਾ ਅਭਿਆਸ ਕਰਨਾ ਹੈ। ਘਰ ਰਹੋ, ਸੁਰੱਖਿਅਤ ਰਹੋ, ਤੰਦਰੁਸਤ ਰਹੋ। ਥੈਂਕ ਯੂ।